ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ। ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨ ਸਕਤ ਕੇਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸ਼ਾਹੇ ਸ਼ਾਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਾਮਦੀ ਨੂਰ ਅਰਸਹੁ ਕੁਰਸਹੁ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਬੇਸਾਹੋ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਕੀਮਤ ਪਾਈ ਪਾਵਨ ਹਾਰੈ ਵੇ ਪਰਵਾਹ ਪੂਰੇ ਭੰਡਾਰੈ। ਕੀਮਤ ਪਾਈ ਪਾਵਨ ਹਾਰੈ ਵੇ ਪਰਵਾਹ ਪੂਰੇ ਭੰਡਾਰੈ। ਸਰਬ ਕਲਾ ਲੈ ਆਪੇ ਰਹਿਆ ਗੁਰਮੁਖ ਕਿਸੈ ਬੁਝਾਏਂਦਾ। ਨਦਰ ਕਰੇ ਪੂਰਾ ਗੁਰ ਭੇਟੈ ਜਮ ਜੰਦਾਰ ਨ ਮਾਰੈ ਫੇਟੈ। ਜਿਉ ਜਲ ਅੰਤਰ
कमल बिगासी, आपे बिगसत आएंदा। आपे वरख अमृत धारा, रतन जवेहर लाल अपारा। सतगुर मिलै तां पूरा पाइयै, प्रेम पदारथ पाएंदा। प्रेम पदारथ लह अमोलो, कबही ना घाटस पूरा तोलो। सच्चे का व्यापारी होवै, सच्चो सौदा पाएंदा। प्रेम पदारथ लह अमोलो, कबही ना घाटस पूरा तोलो। सच्चे का व्यापारी होवै, सच्चो सौदा पाएंदा। वाहिगुरु जी का खालसा, वाहिगुरु जी की फतेह। परम सन्मानयोग जुगो जुग अटल चवर छतर तख्त दे मालक, लोक परलोक दे रखियक, सर्ब सांझी वालता दा उपदेश देण वाले, धन धन साहिब श्री गुरु ग्रंथ साहिब सच्चे सतगुरु जी दी पावन पवित्र निघी गोद अंदर जुड़ बैठे गुरु रूप गुरु सवारे सतसंगी जनों, आप जी वड्डियां भागां वाले हो, जो दशमेश पिता गुरु कलगीधर सतगुरु अमृत के दाते सर्वंस दानी साहिबे कमाल, धन धन साहिब श्री गुरु गोबिंद सिंह महाराज जी की चरण छो धरती, महान पवित्र अस्थान गुरुद्वारा मंजी साहिब आलमगीर विखे अमृत वेले तो हाजरियां भर के सतसंगत करके सतगुरु जी दियां खुशियां प्राप्त कर रहे हो। सतगुरां दे पावन अस्थान विखे अमृत वेले तो सजे दीवाना विच आप जी ने हुणे ही सत्कारयोग गुरु घर दे कीर्तनियां पासों श्री आसा जी की वार दे कीर्तन श्रवण कीते हैं। सो आओ गुरु सवारियो, समा है जो चल रही लड़ीवार गुरबाणी दी कथा मारू राग दे विचों आप संगतां श्रवण करदियां आ रहीआं हन। मारू राग दे विच मारू सोलहे बाणी दी विचार चल रही है। पिछलेरे दीवाना दे विच आप जी ने पावन शब्द दे पहले चार पदे चार बंदां दी विचार आप जी ने श्रवण कीती सी ते सतगुरु महाराज जी अज अगले बंद दे राहीं सानू पावन उपदेश बख्शिश कर रहे हैं। आओ अपनियां मन बिरतियां इकागर करिए, ध्यान गुरु चरणां नाल जोड़ीए ते गुरु महाराज जी दे पावन उपदेश नूं हिरदियां विच बसा के अपना जीवन सफला करिए। करो सारे अपनी रसना पवित्र, आखो जी सतनाम श्री वाहिगुरु साहिब जी। कीमत पाई पावन हारै,
ਬੇਪਰਵਾਹ ਪੂਰੇ ਭੰਡਾਰੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਪਿੱਛੇ ਆਪ ਜੀ ਨੇ ਸ਼ਰਵਣ ਕੀਤਾ ਸੀ ਕਿ ਗੁਰੂ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ ਜਿਹੜਾ ਸਰੀਰ ਇੱਕ ਕਿਲਾ ਹੈ, ਸ਼ਹਿਰ ਦੀ ਨਿਆਈ ਹੈ। ਇਸ ਸ਼ਹਿਰ ਦੇ ਵਿੱਚ ਵਪਾਰ ਹੋ ਰਿਹਾ ਹੈ, ਬੜੇ ਵੱਡੇ ਵਪਾਰ ਮਾਨੋ ਹੱਟੀਆਂ ਖੁੱਲ੍ਹੀਆਂ ਹੋਈਆਂ ਹਨ ਅਤੇ ਪਰਮਾਤਮਾ ਜਿਹੜਾ ਹੈ ਉਹ ਇਸ ਕਿਲੇ ਦੇ ਅੰਦਰ ਰਹਿ ਰਿਹਾ ਹੈ। ਉਹ ਆਪ ਹੀ ਜੀਵਾਂ ਪਾਸੋਂ ਸੌਦਾ ਤੋਲਣ ਵਾਲਾ ਵੀ ਆਪ ਹੈ, ਤਰਾਜੂ ਵੀ ਆਪ ਹੈ, ਸਭ ਕੁਝ ਆਪ ਕਰਦਾ ਹੈ ਅਤੇ ਆਪ ਹੀ ਰਤਨਾਂ ਨੂੰ ਇਕੱਤਰ ਕਰਦਾ, ਆਪ ਹੀ ਲੈਣ ਵਾਲਾ, ਆਪ ਹੀ ਦੇਣ ਵਾਲਾ ਹੈ ਅਤੇ ਵਾਹਿਗੁਰੂ ਆਪ ਹੀ ਕੀਮਤ ਪਾਉਂਦਾ ਹੈ। ਅਤੇ ਸਤਿਗੁਰੂ ਕਹਿੰਦੇ ਕੀਮਤ ਪਾਈ ਪਾਵਨਹਾਰ ਹੈ। ਇਸ ਨਾਮ ਦੀ ਜਿਹੜੀ ਕੀਮਤ ਹੈ ਨਾ, ਮਨੁੱਖ ਨਹੀਂ ਪਾ ਸਕਦਾ ਹੈ। ਜੇ ਆਪਾਂ ਸੋਚੀਏ ਕਿ ਵਾਹਿਗੁਰੂ ਗੁਰਮੰਤਰ ਦੀ ਆਪਾਂ ਕੀਮਤ ਪਾ ਲਈਏ, ਨਹੀਂ ਗੁਰੂ ਸਵਾਰਿਓ। ਜਿਸ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਵਾਹਿਗੁਰੂ ਹੀ ਕੀਮਤ ਪਾ ਸਕਦਾ, ਜੀਵ ਨਹੀਂ ਪਾ ਸਕਦਾ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਸਤਿਗੁਰ ਦੇ ਬਚਨ ਕਿ ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਬਿਟਹੁ ਰਹੇ ਲੋਕ ਬਿਲ ਲਾਏ। ਕਿ ਪਰਮਾਤਮਾ ਵਾਹਿਗੁਰੂ ਅਮੁੱਲਕ ਦਾ ਅਰਥ ਜਿਹੜਾ ਕੋਈ ਮੁੱਲ ਨਾ ਹੋਵੇ, ਅਤੇ ਹਰੀ ਦੇ ਨਾਮ ਦਾ ਕੋਈ ਮੁੱਲ ਨਹੀਂ ਹੈ। ਅਤੇ ਪਾਵਨਹਾਰ ਪਰਮੇਸ਼ਰ ਜਿਹੜਾ ਵਾਹਿਗੁਰੂ ਹੈ ਉਹ ਆਪ ਇਸ ਨਾਮ ਦੀ ਕੀਮਤ ਪਾ ਸਕਦਾ ਅਤੇ ਜੀਵ ਨਹੀਂ ਪਾ ਸਕਦਾ ਹੈ। ਤਾਈਓ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਕਿ ਇਸ ਨਾਮ ਦਾ ਜਿਹੜਾ ਕੋਈ ਭਗਤ ਕਬੀਰ ਸਾਹਿਬਾਨ ਦੇ ਕੋਲ ਕੋਈ ਸੇਠ ਚੱਲ ਕੇ ਆ ਗਿਆ, ਸ਼ਾਹੂਕਾਰ ਚੱਲ ਕੇ ਆਇਆ, ਕਹਿਣ ਲੱਗਿਆ ਭਗਤ ਜੀ ਆ ਸੋਨਾ ਲਵੋ, ਆ ਚਾਂਦੀ ਲਵੋ ਅਤੇ ਇੱਕ ਕਿਣਕਾ ਮਾਤਰ ਨਾਮ ਮੈਨੂੰ ਵੀ ਦੇਣਾ ਕਰੋ, ਤਾਂ ਕਿ ਮੈਂ ਤੋਂ ਇਹ ਮੁੱਲ ਤੁਸੀਂ ਲੈਣਾ ਕਰੋ ਤਾਂ ਮੈਨੂੰ ਨਾਮ ਦੇ ਦਿਓ। ਅਤੇ ਭਗਤ ਜੀ ਕਹਿਣ ਲੱਗੇ ਇਸ ਮਾਇਆ ਦੇ ਰਾਹੀਂ ਨਾਮ ਨਹੀਂ ਮਿਲਣਾ, ਨਾਮ ਲੈਣ ਦੇ ਲਈ ਤੈਨੂੰ ਆਪਣਾ ਮਨ ਦੇਣਾ ਪਵੇਗਾ ਭਾਈ। ਜਦੋਂ ਤੱਕ ਮਨ ਨਹੀਂ ਦਿੰਦਾ ਅਤੇ ਉਦੋਂ ਤੱਕ ਗੱਲ ਨਹੀਂ ਬਣਨੀ ਹੈ। ਇਸ ਕਰਕੇ ਜਦੋਂ ਤੱਕ ਆਪਾਂ ਮਨ ਕਰਕੇ ਸਤਿਗੁਰ ਦੀ ਆਰਾਧਨਾ ਨਹੀਂ ਕਰਦੇ, ਗੁਰੂ ਨਹੀਂ ਜਪਦੇ, ਮਨ ਕਰਕੇ ਬਾਣੀ ਨਹੀਂ ਪੜ੍ਹਦੇ, ਮਨ ਕਰਕੇ ਸੇਵਾ ਨਹੀਂ ਕਰਦੇ, ਉਹ ਤਾਂ ਗੁਰੂ ਸਿਰੇ ਗੱਲ ਨਹੀਂ ਬਣਨੀ ਹੈ। ਖੇਡ ਸਾਰੀ ਮਨ ਦੀ ਹੈ। ਅਤੇ ਸਤਿਗੁਰੂ ਕਹਿੰਦੇ ਨੇ ਜਦੋਂ ਉਹ ਵਾਹਿਗੁਰੂ ਕਿਰਪਾ ਕਰਦਾ ਨਾ, ਰਹਿਮਤ ਕਰਦਾ, ਅਤੇ ਮਾਲਕ ਹੀ ਇਸ ਨਾਮ ਦੀ ਜਿਹੜੀ ਕੀਮਤ ਹੈ ਉਹ ਪਾ ਸਕਦਾ ਹੈ। ਅਤੇ ਮਾਲਕ ਦਾ ਸੁਭਾਅ ਕਿਹੋ ਜਿਹਾ ਹੈ? ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਬੇਪਰਵਾਹ। ਉਹ ਬੇਪਰਵਾਹ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈ। ਨਾ ਪ੍ਰਭੂ ਪਰਮਾਤਮਾ ਨੂੰ ਕਿਸੇ ਦੀ ਪਰਵਾਹ ਹੈ ਅਤੇ ਨਾ ਹੀ ਗੁਰੂ ਸਵਾਰੇ ਜਿਹੜੇ ਪ੍ਰਭੂ ਦੇ ਪਿਆਰੇ ਨੇ, ਜਿਹੜੇ ਉਸ ਮਾਲਕ ਦੇ ਨਾਮ ਰੰਗ ਤਦਾਕਾਰ ਹਨ, ਅਤੇ ਉਹਨਾਂ ਨੂੰ ਵੀ ਕਿਸੇ ਦੀ ਪਰਵਾਹ ਨਹੀਂ ਹੈ। ਆਪ ਸਤਿਗੁਰ ਦੇ ਬਚਨ ਪੜ੍ਹਦੇ ਹਾਂ ਕਿ ਬੇਪਰਵਾਹ ਸਦਾ ਰੰਗ ਹਰਿ ਕੈ, ਜਾ ਕੋ ਪਾਕ ਸੁਆਮੀ। ਉਹ ਬੇਪਰਵਾਹ ਜਿਹਨਾਂ ਨੂੰ ਹਰੀ ਦੇ ਨਾਮ ਦਾ ਰੰਗ ਲੱਗ ਜਾਂਦਾ ਹੈ। ਅਤੇ ਗੁਰੂ ਸਵਾਰੇ ਜਿਨ੍ਹਾਂ ਦੀ ਬਾਂਹ ਫਿਰ ਸਤਿਗੁਰ ਨੇ ਪਕੜੀ ਹੁੰਦੀ ਹੈ ਨਾ, ਉਹ ਤਾਂ ਬਿਲਕੁਲ ਬੇਪਰਵਾਹ ਹੋ ਜਾਂਦੇ। ਇਹਨਾਂ ਨੂੰ ਪਤਾ ਕਿ ਸਤਿਗੁਰੂ ਨੇ ਸਾਡੀ ਬਾਂਹ ਪਕੜਨੀ ਹੈ। ਜਦੋਂ ਸਤਿਗੁਰੂ ਇੱਕ ਵਾਰੀ ਬਾਂਹ ਪਕੜ ਲੈਣ ਦੁਆਰਾ ਛੱਡਦੇ ਨਹੀਂ ਹਨ। ਸੰਸਾਰੀ ਮਿੱਤਰ ਸੱਜਣ ਨੇ, ਸੰਬੰਧੀ ਨੇ, ਜਦੋਂ ਇੱਕ ਵਾਰੀ ਉਹ ਬਾਂਹ ਪਕੜ ਲਏ ਉਹ ਛੱਡ ਸਕਦੇ ਨੇ, ਕਿਉਂਕਿ ਬਿਪਤਾ ਦੇ ਸਮੇਂ ਸਾਰੇ ਸਾਥ ਛੱਡ ਕੇ ਚਲੇ ਜਾਂਦੇ ਨੇ। ਪਰ ਜਦੋਂ ਪਰਮਾਤਮਾ ਵਾਹਿਗੁਰੂ ਬਾਂਹ ਪਕੜਦਾ ਅਤੇ ਗੁਰੂ ਸਵਾਰਿਓ ਫਿਰ ਉਹ ਛੱਡਦਾ ਨਹੀਂ ਹੈ ਕੋਈ ਪਕੜ ਕੇ।
ਆਪਾਂ ਸਤਿਗੁਰ ਦੇ ਬਚਨ ਪੜ੍ਹਦੇ ਹਾਂ। ਪਾਤਸ਼ਾਹ ਜੀ ਦਾ ਫਰਮਾਨ ਕਿ ਜਾ ਕੋ ਮੁਸ਼ਕਲ ਅਤ ਬਣ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਨਾ ਸਾਕ ਪੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨ ਤਤੀ ਬਾਓ। ਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿੰਦੇ ਇੱਥੋਂ ਤੱਕ ਇਹੋ ਜਿਹਾ ਸਮਾਂ ਬਣ ਜਾਵੇ, ਬਹੁਤ ਸਾਰੇ ਦੁਸ਼ਮਣ ਹੋ ਜਾਣ ਤੇ ਕਿਤੇ ਵੀ ਕਿਤੋਂ ਜੀਵ ਨੂੰ ਢੋਈ ਨਾ ਮਿਲੇ, ਇੱਥੋਂ ਤਗੜੇ ਸਾਕ ਸੰਬੰਧੀ ਨੇ, ਸਾਕ ਵੀ ਭੱਜ ਖਲੇ। ਜਿਹੜੇ ਸਾਕ ਸੰਬੰਧੀ ਨੇ ਉਹ ਵੀ ਕਹਿੰਦੇ ਬਿਪਤਾ ਦੇ ਸਮੇਂ ਸਾਥ ਛੱਡ ਕੇ ਚਲੇ ਜਾਣ। ਜਿੱਧਰ ਜਾਵੇ ਉੱਥੇ ਢੋਈ ਨਾ ਮਿਲੇ, ਕਿਤੋਂ ਵੀ ਮਨ ਨੂੰ ਟਿਕਾ ਨਾ ਮਿਲੇ, ਸਾਰੀਆਂ ਥਾਵਾਂ 'ਤੇ ਭਟਕਦਾ ਰਿਹਾ। ਕਹਿੰਦੇ ਫਿਰ ਜਦੋਂ ਫਿਰ ਗੁਰੂ ਸਵਾਰੇ ਉਸ ਮਾਲਕ ਦੇ ਨਾਮ ਦਾ ਆਸਰਾ ਤੱਕਿਆ, ਪ੍ਰਮਾਤਮਾ ਦਾ ਆਸਰਾ, ਗੁਰੂ ਦਾ ਆਸਰਾ ਤੱਕਿਆ, ਕਹਿੰਦੇ ਫਿਰ ਉਹ ਜੀਵ ਦੀ ਸਤਿਗੁਰ ਨੇ ਬਾਂਹ ਪਕੜ ਲਈ, ਜਿਹਦੇ ਚਿੱਤ ਵਿੱਚ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਨਾਮ ਆ ਗਿਆ। ਉਹਨੂੰ ਫਿਰ ਤੱਤੀ ਬਾਂਹ ਨਹੀਂ ਸਤਿਗੁਰ ਲੱਗਣ ਦਿੰਦੇ ਹਨ। ਜਿਵੇਂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਤਾਤੀ ਬਾਉ ਨਾ ਲੱਗਈ, ਪਾਰ ਬ੍ਰਹਮ ਸ਼ਰਨਾਈ, ਚੋ ਗਿਰਦ ਹਮਾਰੈ ਰਾਮ ਕਾਰ, ਦੁੱਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਓ, ਰਾਖ ਲੀਏ ਤਿਨ ਰੱਖਣ ਹਾਰ, ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਇੰਜ ਗੁਰੂ ਸਵਾਰਿਓ ਮਾਲਕ ਵਾਹਿਗੁਰੂ ਫਿਰ ਉਹਨਾਂ ਦੀ ਸਹਾਇਤਾ ਕਰਦਾ ਹੈ। ਜਦੋਂ ਉਹ ਮਾਲਕ ਵਾਹਿਗੁਰੂ ਕਿਰਪਾ ਦੇ ਘਰ ਵਿੱਚ ਆਉਂਦਾ ਨਾ, ਫਿਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਜਿਵੇਂ ਇੱਕ ਪਰਿਵਾਰ ਦਾ ਜੀ ਮੈਂਬਰ ਕਿਸੇ ਦੀ ਮਦਦ ਲਈ ਤਿਆਰ ਹੋ ਜਾਵੇ ਤੇ ਪਰ ਘਰ ਵਾਲੀ ਕਹਿੰਦੀ ਨਹੀਂ ਜੀ ਇਹ ਕੰਮ ਨਹੀਂ ਕਰਨਾ, ਆਪਾਂ ਨੂੰ ਕੀ ਲੋੜ ਹੈ। ਬੱਚੇ ਕਹਿੰਦੇ ਇਹ ਨਹੀਂ ਕਰਨਾ, ਮਾਤਾ ਪਿਤਾ ਇਹ ਨਹੀਂ ਕਰਨਾ, ਉਹ ਰੋਕਦੇ ਨੇ ਤੇ ਆਪਣੇ ਪਰਿਵਾਰ ਦੇ ਮਗਰ ਲੱਗ ਕੇ ਉਹ ਫਿਰ ਜਿਹੜਾ ਜੀਵ ਹੈ ਉਹ ਕੰਮ ਕਰਨ ਰੁਕ ਜਾਂਦਾ ਹੈ। ਪਰ ਪਰਮਾਤਮਾ ਨੂੰ ਕੋਈ ਰੋਕਣ ਵਾਲਾ ਨਹੀਂ ਗੁਰੂ ਸਵਾਰਿਆ। ਜਦੋਂ ਪਰਮਾਤਮਾ ਦੇ ਮਨ ਵਿੱਚ ਆਉਂਦਾ ਨਾ ਕਿ ਮੈਂ ਫਲਾਣੇ ਦਾ ਭਲਾ ਕਰਨਾ, ਇਸ ਜੀਵ ਉੱਤੇ ਮੈਂ ਦਇਆ ਕਰਨੀ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਉਹ ਬੇਪਰਵਾਹ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ। ਉਹ ਤਾਂ ਜਦੋਂ ਆਪਣੇ ਪਿਆਰੇ ਦਾ ਪ੍ਰੇਮ ਦੇਖਦਾ ਕਿ ਜਿਹੜਾ ਮੈਨੂੰ ਮੇਰਾ ਪਿਆਰਾ ਯਾਦ ਕਰਦਾ ਨਾ, ਉਹਦੇ ਅੰਦਰ ਮੇਰੇ ਪ੍ਰਤੀ ਕਿੰਨਾ ਕੁ ਪ੍ਰੇਮ ਹੈ। ਪ੍ਰੇਮ ਵੇਖ ਕੇ ਤੇ ਉਸ ਸਮੇਂ ਉਹ ਰਹਿਮਤਾਂ ਦੇ ਘਰ ਵਿੱਚ ਆਉਂਦਾ ਤੇ ਮਾਲਕ ਫਿਰ ਮਿਹਰ ਕਰਨ ਲੱਗ ਪੈਂਦਾ ਹੈ। ਐਸੀ ਮਿਹਰ ਕਰਦਾ ਤੇ ਜੀਵ ਦੀਆਂ ਗੁਰੂ ਦੇ ਝੋਲੀਆਂ ਭਰ ਦਿੰਦਾ। ਤੇ ਸਤਿਗੁਰੂ ਜੀ ਬਚਨ ਕਰਦੇ ਹਨ, ਕਹਿੰਦੇ ਬੇਪਰਵਾਹ ਉਹ ਪਰਮਾਤਮਾ ਬੇਪਰਵਾਹ ਹੈ, ਪੂਰੇ ਭੰਡਾਰੈ। ਉਹਦੇ ਜਿਹੜੇ ਭੰਡਾਰੇ ਨੇ ਨਾ ਪੂਰਨ ਤੌਰ 'ਤੇ ਭਰੇ ਹੋਏ ਨੇ, ਕਿਸੇ ਪ੍ਰਕਾਰ ਦੀ ਘਾਟ ਨਹੀਂ ਹੈ। ਇੱਕ ਚੱਕਰਵਰਤੀ ਰਾਜਾ ਆਪਣਾ ਜਿੰਨਾ ਵੀ ਖਜ਼ਾਨਾ ਹੈ ਉਹ ਵੰਡਣ ਲੱਗ ਪਵੇ। 1 ਮਹੀਨਾ, 2 ਮਹੀਨਾ, 6 ਮਹੀਨੇ, ਸਾਲ, 2 ਸਾਲ, 5 ਸਾਲ, ਤੇ ਹੌਲੀ ਹੌਲੀ ਉਹ ਜਮ੍ਹਾਂ ਹੋਇਆ ਹੋਇਆ ਖਜ਼ਾਨਾ ਖਤਮ ਹੋ ਜਾਣਾ, ਮੁੱਕ ਜਾਵੇਗਾ। ਤੇ ਰਾਜਾ ਵੀ ਕੰਗਾਲ ਬਣ ਸਕਦਾ ਗੁਰੂ ਸਵਾਰਿਓ। ਪਰ ਪਰਮਾਤਮਾ ਦਾ ਜਿਹੜਾ ਖਜ਼ਾਨਾ ਨਾ, ਉਹ ਇਸ ਤਰ੍ਹਾਂ ਭਰਿਆ ਹੋਇਆ ਕਿ ਉਹ ਸਾਰੀ ਉਮਰ ਹੀ ਦਿੰਦਾ ਰਹਿੰਦਾ ਹੈ, ਪਰ ਉਹਦੇ ਭੰਡਾਰੇ ਕਦੇ ਮੁੱਕਦੇ ਨਹੀਂ ਹਨ ਤੇ ਉਹਦੇ ਭੰਡਾਰੇ ਦਿਨੋਂ ਦਿਨ ਵੱਧਦੇ ਜਾਂਦੇ ਹਨ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਕਿ ਦੇਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ,
हुक्मी हुक्म चलाए राहो, नानक बिगसै बेपरवाह। अपने हुक्म च सारे नूं चला रहे ते पदार्थ देई जा रहे लोड़ अनुसार, ते उहदे भंडारे गुरु सर इसे तरह ही भरे रहिंदे हन। क्योंकि दद्दा दाता एक है, सब को देवनहार, देंदे तोट न आवेई, अगणत भरे भंडार। उहदे भंडारे नक्का नक भरे हुए, किसी प्रकार की कमी नहीं है। इस करके इत्थे पातशाह जी बचन करते ने कि वह वाहिगुरू बेपरवाह है, उहदे भंडारे पूर्ण तौर पर भरे हन। सर्ब कला ले आपे रहया, गुरमुख किसै बुझाएंदा। वाहिगुरू विच किन्नी कोई शक्ति है, तो सतगुरु कहते ने सर्ब कला। सर्ब कला तो वह सर्व शक्तिमान। जिवें आपां सतगुर दे बचन पढ़ते ना कि 16 कला संपूर्ण फलिया, अनक कला होए ठाकुर चढ़िया। अनक कला अनेकां शक्तियां नूं लैके ठाकुर गुरु नानक दे रूप विच संसार विच आया, जिहदी गिणती नहीं की जा सकती है। तो इस तरह गुरु सवारियो ये अनेकां शक्तियां परमात्मा विच हन, जिन्हां जिस शक्ति का आपां वर्णन नहीं कर सकते। कबीर साहबान जी इत्थों तक बचन कर दिते, कहते परमात्मा तेरे गुणां दा तेरे नाम का वर्णन नहीं हो सकता है। कहते ने जेकर मन इंज मन लिया जावे, 7 समुद्रां दी स्याही तैयार कर लीए, सारी बनस्पति दियां कलमां कट लीए, धरती दे कागज बना लीए, ते परमात्मा तेरी सिफत सलाह लिखण लग जाइए ना, कहते फिर भी तेरी वडियाई लिखी नहीं जा सकती है। कबीर 7 समुंद है मश करो, कलम करो बन राए, वसुदा कागद जो करो, हर जस लिखण ना जाए। वो तो एडा वड्डा है। इस करके मेरे मालक जी तू सर्व कला है, समर्थ है, सारियां थावां ते रमिया होया है। तैनू मालक जानदा कौन है, किहड़ा तैनू जानन वाला है। ते गुरु पातशाह दे गुरमुख किसै बुझाएंदा, किसे गुरमुख दे उत्ते जिहदा मुख गुरु वल होवे ना, जिहड़ा गुरु दे लड़ लग्गिया होवे, गुरु की किरपा दे राही ही फिर किसी एक अद्धे नूं गुरु सवारे मालक फिर बुझाएंदा जनांदा है। वो जानदा कि परमेश्वर सर्व कला समर्थ है। तो इस तरह फिर वो मालक फिर उहदे ते बख्शिशां करदा है। तो सतगुरु महाराज देखो, कल आपां धन गुरु रामदास पातशाह सोढ़ी सुल्तान पातशाह जी का प्रकाश पुरब मना के हटे हैं। जे गुरु रामदास पातशाह की आपां शक्ति की गल करिए ना, तो धन गुरु रामदास महाराज विच बेअंत शक्ति, जिस शक्ति नूं गुरु सरे बयान करके नहीं दसिया जा सकता। कदे सतगुरु जी अपने जीवन काल दे विच जदों बख्शिशां दे घर विच आंदे, मेहर दे घर विच आउंदे ने, जेकर बुढ़ा बापू बाबा बाबा आदम जी सतगुरां दी हजूरी विच पहुँचते ने, ते जिहड़े जिन्हां ने आके बेनती करदे कि पातशाह किरपा करो, पुत्ती गंढ पवै संसार, ते गुरु रामदास पातशाह दे घर रह के सेवा करते ने, ते धन गुरु रामदास पातशाह उन्हां उत्ते बख्शिश करते हैं। वो उम्र दे विच बच्चा होना, जिस उम्र विच साडे विग्यानी मैडिसन डॉक्टर कहते हैं कि भाई इन्नी उम्र तो बच्चा नहीं हो सकता है, पर गुरु नानक दे घर विच गुरु रामदास पातशाह दे दर ते जिहड़ा भी चल के आउंदा ना, उहनूं मूँह मंगियां मुरादां उहदियां पूरीआं हुंदियां ने। जे सतगुर दी निमरता की गल करिए, सहनशीलता की गल करिए, गुरु रामदास पातशाह महाराज की निमरता इन्नी
कि जेकर बाबा श्री चंद जी सतगुर नाल मिलाप हुंदा ना, बाबा श्री चंद जी दे गुरु नानक पातशाह साहिबजादे, ते थोड़ा जिहा मान कि असी गुरु के साहिबजादे हैं। धन गुरु रामदास पातशाह दाड़ा प्रकाश है। सवाल किया, कहन लगे पुरखा एडा बड़ा एडा लम्मा दाड़ा क्यों बधाया है? ते बाबा श्री धन गुरु रामदास पातशाह दाड़ा पकड़िया, कहन लगे हे गुरु के साहिबजादे बाबा जी, आप जैसे महापुरखों के चरण झाड़न वास्ते ये दाड़ा बधाया होया। ते बाबा श्री चंद जी ने हाथ जोड़ते कहन लगे, इसे ही निमरता के कारण अज आप गुरु नानक पातशाह की गद्दी दे वारस बने हो। जे गुरु के प्रति सत्कार की गल करिए, किन्नी सहनशीलता सतगुर के अंदर, जो सेवक रूप दे विच गुरु रामदास पातशाह महाराज गोइंदवाल साहब की धरती ते रह के सेवा करते हैं ना, ते हर समय गुरु अमरदास पातशाह हजूरी च रहना, जो पातशाह ने हुक्म करना सत बचन करके हुक्म नूं मान लेना। कहते एक फकीर आया जिन्हों इतिहास करना बेनबा फकीर लिखना कीता है। वो फकीर आया सतगुर की हजूरी विच ते बड़े हंकार दे च बोलदा, रुखी बोली बोलदा, कहंदा ऐ अमरू ने थावे कुछ दे बार बार आखदा। ते सतगुरु जदों सुनते हैं तो सतगुरु अपने खजाने दे विचों कदे नूं माया दिंदे हन, कदे रश्तां वशतां दे दिंदे ने। ये चलिया जांदा, फिर दूए ते दिन फिर आ जांदा, ए अमरू ने थावे कुछ दे। कहंदे गुरु रामदास पातशाह महाराज दे सरवणां विच ये आवाज़ पई। एक दिन एक सेवक गुरु अमरदास पातशाह की हजूरी विच पहुंचे आ। दो बड़े कीमती सोने दे कंगण गुरु अमरदास पातशाह महाराज नूं भेटा कीते। जो वो कंगण भेटा कीते ते सतगुर जी ने अपने सेवक भाई जेठा गुरु रामदास जी नूं वो कंगण बख्शिश कर दिते। कहन लगे पुरखा, ये कंगण तू अपने कर कमलों विच पाना कर। सत बचन जी, गुरु दे बचन मन्ने, गुरु की बख्शी हुई दात सी। हत्थां विच पहन ले, सेवा करते ने। इन्ने चिर नूं वो बेनवा फकीर आ गया। फिर उस तरह बोलिया, कहन लग्या कि ए अमरू ने थावे मैनू कुछ दे। ते भाई जेठा गुरु रामदास पातशाह महाराज उस फकीर दे कोल गए। कहन लगे, हे फकीर साईं, मेरे गुरु की शान के खिलाफ ना बोलना कर। सिख का काम है गुर की निंदा सुनै न कान। सिख अपने गुरु की निंदिया नहीं सुन सकता है। तेनू जो कुछ चाहिदा तू लै, गुरु घर विच तेनू मिल रहा, अगे भी मिलेगा। पर मैं तेरे अगे हाथ जोड़दा, मिन्नतां तरले करदा हाँ कि मेरे गुरु की शान के खिलाफ कुछ नहीं बोलना। कहते ने इहदी निगाह पई सतगुरु गुरु रामदास पातशाह दे कर कमले कंगण पहने हुए। कहन लगे, ठीक है मैं तेरे गुरु नूं कुछ नहीं बोलदा, पर जिहड़ा तेरे हाथ विच आ कंगण है ना, ये कंगण मैनूं देना कर। कहंदे गुरु रामदास पातशाह महाराज ने कंगण लाया ते गुरु सवारे उस समय फकीर नूं दित्ता। कहे चलिया जा, हुण तू दोबारा मेरे गुरु की निंदिया ना करी, मैं तेरे अगे हथ जोड़दा। बेनवा फकीर बड़ा खुश होया, कंगण लैके चलिया गया। कुछ दिन बतीत होए, पर लालच बुरी बला है। जो मन च लालसा पैदा होंदी है कि पता है नाले कबूल बोलांगे, नाले कुछ ना कुछ प्राप्त हो जाना है। कहते कुछ दिनों बाद फिर वापस आ गया। जो फिर वापस आया तो गुरु रामदास पातशाह फिर मिले ने अगे। फिर अमरू नथावा आखिया
ਤੇ ਕਹਿਣ ਲੱਗੇ ਗੁਰੂ ਰਾਮਦਾਸ ਪਾਤਸ਼ਾਹ, ਇਹ ਸਾਈਂ ਫਕੀਰ ਤੈਨੂੰ ਮੈਂ ਚੁੱਪ ਕਰਵਾਇਆ ਸੀ ਕਿ ਮੇਰੇ ਗੁਰੂ ਦੀ ਸ਼ਾਨ ਦੇ ਖਿਲਾਫ ਕੁਝ ਨਾ ਬੋਲਣਾ ਕਰ, ਤੂੰ ਅੱਜ ਫਿਰ ਬੋਲ ਰਿਹਾ ਹੈ। ਕਹਿਣ ਲੱਗਿਆ ਠੀਕ ਹੈ ਮੈਂ ਨਹੀਂ ਬੋਲਾਂਗਾ, ਪਰ ਤੇਰੇ ਹੱਥ ਵਿੱਚ 2 ਕੰਗਣ ਸੀ, ਇੱਕ ਤਾਂ ਮੈਨੂੰ ਦੇਣਾ ਕੀਤਾ, ਇੱਕ ਤੇਰੇ ਕੋਲ ਹੈ, ਦੂਸਰਾ ਕੰਗਣ ਵੀ ਮੈਨੂੰ ਦੇ, ਮੈਂ ਤੇਰੇ ਗੁਰੂ ਦੇ ਖਿਲਾਫ ਕੁਝ ਨਹੀਂ ਬੋਲਾਂਗਾ। ਤੇ ਗੁਰੂ ਸਵਾਰਿਓ ਉਹ ਕੰਗਣ ਵੀ ਉਤਾਰ ਕੇ ਦੇ ਦਿੱਤਾ। ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੇਵਾ ਕਰ ਰਹੇ ਨੇ। ਹੁਣ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ, ਜਾਣਦੇ ਨੇ ਸਭ ਕੁਝ। ਕਹਿਣ ਲੱਗੇ ਭਾਈ ਜੇਠੇ ਸ਼੍ਰੀ ਰਾਮਦਾਸ ਜੀ, ਤੁਹਾਨੂੰ ਅਸੀਂ ਬਖਸ਼ਿਸ਼ ਕੀਤੀ ਸੀ, ਤੁਹਾਨੂੰ 2 ਕੀਮਤੀ ਕੰਗਣ ਦੇਣਾ ਕੀਤੇ ਸਨ, ਕੰਗਣ ਕਿੱਥੇ ਨੇ? ਤੇ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਹੱਥ ਜੋੜੇ ਕਹਿਣ ਲੱਗੇ ਪਾਤਸ਼ਾਹ, ਉਹ ਕੰਗਣ ਕੋਈ ਲੋੜਵੰਦ ਲੈ ਗਿਆ, ਜਿਹਨੂੰ ਲੋੜ ਸੀ ਲੈ ਗਿਆ। ਸਤਿਗੁਰੂ ਕਹਿਣ ਲੱਗੇ ਉਹ ਸਾਡੀ ਨਿਸ਼ਾਨੀ ਸੀ ਤੁਹਾਡੇ ਕੋਲ। ਫਿਰ ਸਾਰੀ ਗਾਥਾ ਪਤਾ ਲੱਗੀ। ਸਤਿਗੁਰੂ ਨੂੰ ਕਹਿਣ ਲੱਗੇ ਕਿ ਪਾਤਸ਼ਾਹ ਉਹ ਬੇਨਵਾ ਫਕੀਰ ਆਪ ਜੀ ਦੀ ਸ਼ਾਨ ਦੇ ਖਿਲਾਫ ਬੋਲਦਾ ਸੀ, ਮੇਰੇ ਤੋਂ ਰਿਹਾ ਨਹੀਂ ਗਿਆ। ਉਹ ਕਹਿਣ ਲੱਗਿਆ ਮੈਨੂੰ ਕੰਗਣ ਦੇਣਾ ਕਰ, ਮੈਂ ਸਤਿਗੁਰੂ ਦੀ ਨਿੰਦਿਆ ਨਹੀਂ ਕਰਾਂਗਾ। ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਇਹ ਬਚਨ ਸੁਣ ਕੇ ਨਾ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਗੱਲ ਬੱਕੜੀ ਵਿੱਚ ਲੈ ਲਿਆ। ਕਹਿਣ ਲੱਗੇ ਪਾਤਸ਼ਾਹ ਮੇਰੇ ਗਹਿਣੇ ਤਾਂ ਆਪ ਜੀ ਹਨ, ਮੈਨੂੰ ਦੁਨਿਆਵੀ ਗਹਿਣਿਆਂ ਦੀ ਲੋੜ ਨਹੀਂ ਹੈ। ਆਪ ਜੀ ਨੇ ਜੋ ਮੇਰੇ ਅੰਦਰ ਸੇਵਾ ਭਾਵਨਾ ਪੈਦਾ ਕੀਤੀ ਹੈ, ਸਿਮਰਨ ਪੈਦਾ ਕੀਤਾ ਹੈ, ਸਿੱਖ ਦਾ ਗਹਿਣਾ ਅਸਲ ਵਿੱਚ ਸੇਵਾ ਸਿਮਰਨ ਹੀ ਹੈ। ਸਤਿਗੁਰੂ ਕਿਰਪਾ ਕਰਨੀ, ਮੇਰੇ ਉੱਤੇ ਇਹ ਬਖਸ਼ਿਸ਼ ਕਰਨੀ ਤਾਂ ਕਿ ਮੈਂ ਅੰਤਮ ਸਵਾਸ ਤੱਕ ਇਸੇ ਤਰ੍ਹਾਂ ਆਪ ਦੇ ਦਰ ਦੀ ਸੇਵਾ ਤੇ ਸਿਮਰਨ ਕਰਦਾ ਰਹਾਂ। ਬਸ ਇਹੀ ਗਹਿਣਾ ਪਾਤਸ਼ਾਹ ਮੈਨੂੰ ਚਾਹੀਦਾ ਹੈ। ਤੇ ਸਤਿਗੁਰੂ ਹੋਰ ਜ਼ਿਆਦਾ ਤਰੁੱਠ ਕੇ ਮਿਹਰਾਂ ਦੇ ਸਾਈਂ ਨੇ ਮਿਹਰ ਕੀਤੀ। ਸੋ ਇਸ ਤਰ੍ਹਾਂ ਦਾ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਦਾ ਜੀਵਨ ਸੀ। ਸਿੱਖ ਰੂਪ ਦੇ ਅਣਥੱਕ ਸੇਵਾ ਕੀਤੀ। ਜਦੋਂ ਗੁਰੂ ਬਣੇ ਨੇ, ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋਏ ਨੇ, ਪਤਾ ਨਹੀਂ ਕਿੰਨਿਆਂ ਦਾ ਭਲਾ ਕਰ ਦਿੱਤਾ। ਇੱਕ ਸਤਿਗੁਰ ਦੇ ਜੀਵਨ ਦੀ ਗਾਥਾ ਆਪ ਜੀ ਨੇ ਕਈ ਵਾਰੀ ਸਰਵਣ ਕੀਤੀ ਹੈ, ਜਿਹਨੂੰ ਸੋਮਨ ਸ਼ਾਹ ਦੇ ਨਾਮ ਨਾਲ ਆਪਾਂ ਜਾਣਦੇ ਹਾਂ। ਸੋਮਾ ਸ਼ਾਹ ਵੀ ਇਤਿਹਾਸਕਾਰਾਂ ਲਿਖਣਾ ਕੀਤਾ ਹੈ। ਗੁਰੂ ਰਾਮਦਾਸ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ 'ਤੇ ਨਗਰ ਵਸਾਰੇ ਹਨ, ਕਾਰਜ ਸਤਿਗੁਰੂ ਕਰਵਾ ਰਹੇ ਹਨ। ਇਹ ਬੱਚਾ ਜਿਹੜਾ ਅਤ ਦਾ ਗਰੀਬ ਹੈ, ਕਹਿੰਦੇ ਹੱਥ ਵਿੱਚ ਛਾਬਾ ਚੁੱਕਿਆ ਹੋਇਆ, ਘੁੰਗਣੀਆਂ ਛੋਲੇ ਉਬਾਲੇ ਹੋਏ ਨੇ, ਉੱਚੀ ਉੱਚੀ ਆਵਾਜ਼ ਵਿੱਚ ਕਹਿ ਰਿਹਾ ਹੈ ਕਿ ਘੁੰਗਣੀਆਂ ਲੈ ਲਓ ਬੜੀਆਂ ਸਵਾਦ ਨੇ। ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਨਿਗਾਹ ਪਈ ਹੈ ਕਿ ਇਹ ਸਤਿਗੁਰੂ ਜੀ ਨੂੰ ਆਪਣਾ ਬਚਪਨ ਯਾਦ ਆ ਗਿਆ ਕਿ ਚੂਨਾ ਮੰਡੀ ਤੋਂ ਲੈ ਕੇ ਬਾਸਰ ਕੇ ਨਗਰ, ਬਾਸਰ ਤੇ ਫਿਰ ਗੋਇੰਦਵਾਲ ਸਾਹਿਬ ਦੀ ਧਰਤੀ, ਜਿਵੇਂ ਸਤਿਗੁਰੂ ਜੀ ਨੇ ਘੁੰਗਣੀਆਂ ਵੇਚੀਆਂ ਸੀ, ਮਾਤਾ ਪਿਤਾ ਦਾ ਸਾਇਆ ਸਿਰੋਂ ਉੱਠਿਆ ਸੀ, ਉਹ ਸਾਰੀ ਘਟਨਾ ਸਤਿਗੁਰ ਦੇ ਸਾਹਮਣੇ ਆਈ। ਤੇ ਸੋਮਨ ਸ਼ਾਹ ਸੋਮਨ ਇਹ ਘੁੰਗਣੀਆਂ ਵੇਚਦਾ ਸੀ, ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਕੋਲ ਆਇਆ। ਆ ਕੇ ਬੱਚੇ ਨੇ ਸਿਜਦਾ ਕੀਤਾ। ਸਤਿਗੁਰੂ ਕਹਿਣ ਲੱਗੇ ਭਾਈ ਕਿੰਨੇ ਪੈਸੇ ਵੱਟੇ ਨੇ? ਸਤਿਗੁਰੂ ਜੀ 1 ਪੈਸਾ ਵੱਟਿਆ ਹੈ। ਤੇ ਸਤਿਗੁਰੂ ਕਹਿਣ ਲੱਗੇ ਗੁਰੂ ਘਰ ਦੀ ਕਾਰ ਸੇਵਾ ਚੱਲ ਰਹੀ ਹੈ ਭਾਈ, ਇਹ ਜਿਹੜੀ ਤੇਰੀ ਮਾਇਆ ਹੈ ਇਹ ਤੂੰ ਦਸਵੰਧ ਆਪਣਾ ਸੇਵਾ ਵਿੱਚ ਪਾਣਾ ਕਰ। ਸਤਿਬਚਨ ਜੀ ਜਿਹੜੀ ਮਾਇਆ ਵੱਟੀ ਸੀ ਉਹ ਗੁਰੂ ਰਾਮਦਾਸ ਪਾਤਸ਼ਾਹ ਦੇ ਕਰ ਕਮਲਾਂ ਉੱਤੇ ਰੱਖ ਦਿੱਤੀ। ਚਲੇ ਗਏ। ਦੂਸਰਾ ਦਿਨ ਫੇਰ ਹੋਇਆ, ਫਿਰ ਘਰੋਂ ਘੁੰਗਣੀਆਂ ਤਿਆਰ ਕਰਕੇ ਛੋਲੇ ਉਬਾਲ ਕੇ ਲੈ ਕੇ ਆਏ। ਤੇ ਅੱਜ ਫੇਰ ਗੁਰੂ ਸਵਾਰਿਓ ਨਾਲੇ ਜਿੰਨੀ ਮਾਇਆ ਵੱਟੀ ਹੈ ਤੇ ਵੱਟ ਕੇ ਸਤਿਗੁਰ ਦੇ ਦਰ 'ਤੇ ਪਹੁੰਚ ਗਏ ਕਿ ਮੇਰਾ ਗੁਰੂ ਹੈ, ਗੁਰੂ ਪਾਤਸ਼ਾਹ ਮੇਰੇ ਤੋਂ ਮੰਗਣਗੇ ਮੈਂ ਦੇਵਾਂਗਾ ਗੁਰੂ ਨੂੰ। ਸ਼ਰਧਾ ਸੀ ਗੁਰੂ ਦੇ ਪ੍ਰਤੀ। ਤੇ ਗੁਰੂ ਰਾਮਦਾਸ ਪਾਤਸ਼ਾਹ ਫੇਰ ਵਿਚਰਦੇ ਹੋਏ ਆਏ, ਦੇਖਦੇ ਨੇ ਉਸ ਬੱਚੇ ਵੱਲ, ਕਹਿਣ ਲੱਗੇ ਅੱਜ ਕਿੰਨੀ ਮਾਇਆ ਵੱਟੀ ਹੈ।
किन्ने पैसे कमाना कीते ने, बोझे विचों माया कढ़ी के सच्चे पातशाह अज आ माया है। तो गुरु रामदास पातशाह ने फिर वो माया पकड़ी, खजाने विच पाई है, तो सतगुरु फिर चले गए। हुण तीसरा दिन सी गुरु सवारे, जदों बख्शिशां होणीਆਂ ने। सोमन शाह सोमन घर विच गया, तो घर दे विच अज हालात इहो ਜਿਹੇ हो गए सन जिवें गुरु रामदास पातशाह ने घटना वापरी सी ना, सतगुरु ने फकीर नूं देना कीते ते नानी मां ढीक करदी है, ते अज घर विच कोई पदार्थ नहीं सी। ते यही घटना सतगुरु भाई सोमन दे नाल वरती है। घर विच गए, मां पुछदी है पुत की वट के लैके आया? कहन लगे मां जिन्नी माया होई सी मैं गुरु रामदास पातशाह दे खजाने विच पाया। मां घुंगणियां तैयार कर, अज मैं बेच के आउणी। ते अगों मां कहन लगी पुत हुण तां छोले भी घर विच मुक गए ने, अज तां बिल्कुल खाली है। पर मैं तेरे तो बारे जांदी हां, सदके जांदी हां कि अपनी 10 नोहां दी किरत करके तै गुरु दे खजाने दे विच ये माया पाना कीती है, तेरी माया सफली होई है। गुरु रामदास पातशाह महाराज मेहर करनगे, किरपा करनगे। ते कहंदे ने गुरु सवारियो, दूसरा दिन होया, सवेर वेले अज भाई सोमन शाह कहंदे ने सतगुर दी हजूरी विच पहुंच गए। ते गुरु रामदास पातशाह महाराज पुछदे ने, कहन लगे बेटा अज तू मैनू माया नहीं देना कीती है, कित्थे है तेरी माया जिहड़ी अज तैं बटना कीती, दस कित्थे? मैं मेरे हाथ उत्ते रख। भाई सोमे ने हाथ जोड़े, नमस्कार कीती, नीमी पा लई। कहन लग्या हे सतगुरु सोढ़ी सुल्तान पातशाह जी, अज मेरे कोल माया नहीं है, बोझा मेरा बिल्कुल खाली है। सतगुरु जो कुछ भी मेरे घर दे विच सी ਉਹਦੇ ਰਾਹੀਂ जो मैं ये छोटा जिहा ਵਪਾਰ करदा सी, ਜਿਹਦੇ ਰਾਹੀਂ मेरे घर ਦਾ गुजरान ਹੁੰਦਾ ਸੀ, ਅੱਜ मैं घर विच गया, मां नूं आखना कीता मां घुंगणियां तैयार कर, मैं माया बट घुंगणियां बेच के माया बटांगा, ते ਉਹ पैसे ਜਿਹੜੇ ने मैं गुरु रामदास पातशाह दे खजाने विच पाउणे ने। पर सतगुरु जदों घर गया, घर विच छोले ही नहीं सी, ते घुंगणियां कित्थों तैयार होणीਆਂ सन। ते गुरु रामदास पातशाह ने भाई सोमे दी यह भावना वेखी, भावना देख के सतगुरु गुरु रामदास पातशाह महाराज ने अपनी गल बकड़ी विच लै लिया, सीस उत्ते हथ फेरिया ते हथ फेर के वर दिता कै शाहां दा शाह बेपरवाह। ते सतगुरु ने शाहां दा शाह बना दिता। कहन लगे तेरा इन्ना वड्डा कारोबार होवेगा, तेरे नां दा बाजार होवेगा, तेरे कारोबार च किसी पर कमी नहीं आवेगी, नौकर चाकर तेरे अगे काम करनगे। ते सतगुरु गुरु रामदास पातशाह ने यह बख्शिश की। थोड़े दिनां दे विच ही वो सोमन शाह बन गया, शाहूकार बन गया। ते गुरु रामदास पातशाह का दर तां गुरु सर एडा वड्डा है। जो आप गुरु रामदास पातशाह के दर ते आके मंग लीए, झोलियां अड लीए ना, तो गुरु साडियां भावना पूरियां करदा। पर लोड़ है शरधा दी, भावना दी। जे साडी भावना शुद्ध है तो आप गुरु के दर ते झोलियां अड के मंग रहे हैं तो गुरु मिंट लावेगा। पर जे साडी भावना शुद्ध नहीं, आप जिन्नियां मर्जी अरदासां बेनतियां करी जाइए, फिर गल नहीं बननी है। गुरु रामदास पातशाह का दर ऐसा, जिस दर ते गुरु से तन के रोग भी ठीक होंदे ते मन के रोग भी दूर होंदे ने। किन्नियां दे सतगुण रोग दूर कीते ने, किन्नियां नूं पातशाह तंदुरुस्तियां देना कीतियां ने, किन्नियां दा सतगुरु जी ने मान तोड़ना कीता है। इहो राज जो गुरु रामदास तुमहू रस जाने। ये सतगुरु जी अपनी शक्ति, अपनी कला बात पातशाही जानते ने, होर कोई नहीं जान सकता। सो रो विचार
ਤੇ ਗੁਰੂ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਹਨ। ਕਹਿੰਦੇ ਸਤਿਗੁਰੂ ਮਹਾਰਾਜ ਕਹਿੰਦੇ ਸਰਬ ਕਲਾ ਇਸ ਤਰ੍ਹਾਂ ਸਰਬ ਕਲਾ ਲੈ ਆਪੇ ਰਹਿਆ ਗੁਰਮੁਖ ਕਿਸੈ ਬੁਝਾਏ ਦਾ। ਵਾਹਿਗੁਰੂ ਜਿਹੜਾ ਹੈ ਪ੍ਰਮਾਤਮਾ ਸਰਬ ਕਲਾ ਸਰਬ ਸ਼ਕਤੀਮਾਨ ਹੈ, ਆਪ ਹੀ ਕਹਿੰਦੇ ਉਹ ਰਹਿ ਰਿਹਾ ਹੈ। ਤੇ ਗੁਰਮੁਖ ਇਸ ਸਰੀਰ ਰੂਪੀ ਘਰ ਵਿੱਚ ਪਰ ਕਿਸੇ ਗੁਰਮੁਖ ਨੂੰ ਕਹਿੰਦੇ ਉਹ ਬੁਝਾਉਂਦਾ ਜਣਾਉਂਦਾ ਹੈ, ਜਿਹਦੇ ਉੱਤੇ ਕਹਿੰਦੇ ਮਾਲਕ ਦੀ ਗੁਰੂ ਦੀ ਕਿਰਪਾ ਹੁੰਦੀ ਹੈ। ਉਹ ਕਹਿੰਦੇ ਇਸ ਗੱਲ ਨੂੰ ਸਮਝ ਸਕਦਾ ਹੈ। ਨਦਰ ਕਰੇ ਪੂਰਾ ਗੁਰ ਭੇਟੈ ਜਮ ਜੰਦਾਰ ਨਾ ਮਾਰੈ ਫੇਟੈ। ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਗੁਰਮੁਖ ਬਣਦਾ ਕੌਣ ਹੈ? ਕਹਿੰਦੇ ਜਿਹੜੇ ਗੁਰੂ ਦੇ ਸਨਮੁਖ ਹੁੰਦੇ ਨੇ। ਗੁਰੂ ਦੇ ਸਨਮੁਖ ਕਿਹੜੇ ਹੁੰਦੇ ਨੇ? ਕਹਿੰਦੇ ਜਿਹਦੇ ਉੱਤੇ ਮਾਲਕ ਨਦਰ ਕਰਦਾ, ਮਿਹਰ ਕਰਦਾ ਹੈ। ਪਰਮੇਸ਼ਰ ਨਦਰ ਕਰਦਾ, ਜਦੋਂ ਮਿਹਰ ਕਰਦਾ ਉਹੀ ਗੁਰੂ ਦੇ ਸਨਮੁਖ ਗੁਰੂ ਦਾ ਉਹੀ ਗੁਰੂ ਵਾਲਾ ਬਣ ਸਕਦਾ ਹੈ। ਬਖਸ਼ਿਸ਼ ਗੁਰੂ ਕਰਦਾ, ਮੇਰੇ ਪਰਮੇਸ਼ਰ ਕਰਦਾ ਹੈ ਕਿ ਜਦੋਂ ਉਸ ਮਾਲਕ ਦੀ ਨਦਰ ਹੋ ਜਾਵੇ, ਉਹ ਮਾਲਕ ਮਿਹਰ ਕਰ ਦਿੰਦਾ ਤੇ ਪੂਰਾ ਗੁਰ ਭੇਟੈ, ਇਹ ਪੂਰਨ ਗੁਰੂ ਪਾਤਸ਼ਾਹ ਭੇਟੈ ਮਿਲ ਜਾਂਦੇ ਨੇ। ਜਿਵੇਂ ਆ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ ਕਿ ਗੁਰ ਪੂਰਾ ਭੇਟਿਓ ਵੱਡ ਭਾਗੀ ਮਨ ਹੈ ਭਇਆ ਪਰਗਾਸਾ ਕੋਏ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ। ਤੇ ਜਦੋਂ ਪੂਰਨ ਗੁਰੂ ਜੀ ਮਿਲਦੇ ਹਨ ਤੇ ਮਨ ਵਿੱਚ ਪ੍ਰਗਾਸ ਹੁੰਦਾ, ਖੇੜਾ ਪੈਦਾ ਹੁੰਦਾ ਹੈ। ਤੇ ਉਸ ਗੁਰੂ ਐਡੀਆਂ ਵੱਡੀਆਂ ਬਖਸ਼ਾਂ ਕਰਦਾ ਤੇ ਗੁਰੂ ਫਿਰ ਸਾਨੂੰ ਗੁਰੂ ਸਾਹਿਬ ਆਪਣੇ ਅੰਦਰੋਂ ਨਾਮ ਦਾ ਖਜ਼ਾਨਾ ਬਖਸ਼ਿਸ਼ ਕਰਦਾ, ਨਾਮ ਦੀ ਦਾਤ ਦਿੰਦਾ ਹੈ, ਜਿਹਨੂੰ ਪ੍ਰਾਪਤ ਕਰਕੇ ਜੀਵ ਆਪਣੇ ਮਨੁੱਖਾ ਜਨਮ ਸਫਲਾ ਕਰਦਾ ਹੈ। ਇਸ ਕਰਕੇ ਪੂਰਨ ਗੁਰੂ ਮਿਲਣਾ ਜਦੋਂ ਉਹ ਮਾਲਕ ਨਦਰ ਕਰਦਾ ਫਿਰ ਕਹਿੰਦੇ ਪੂਰਾ ਗੁਰੂ ਮਿਲਦਾ ਹੈ। ਸੰਸਾਰ ਦੇ ਵਿੱਚ ਅਧੂਰੇ ਗੁਰੂਆਂ ਦੀ ਕਮੀ ਨਹੀਂ ਹੈ। ਅਜੋਕਾ ਸਮਾਂ ਇਹੋ ਜਿਹਾ ਹੋ ਚੁੱਕਾ ਹੈ ਕਿ ਇੱਟ ਚੁੱਕੇ ਤੇ ਗੁਰੂ ਨਿਕਲ ਆਉਂਦਾ ਹੈ। ਇਹ ਨਹੀਂ ਕਿ ਹੁਣੇ ਇਹ ਗੁਰੂ ਡੰਮ ਚੱਲਿਆ ਆ ਰਿਹਾ ਹੈ, ਇਹ ਗੁਰੂ ਪਾਤਸ਼ਾਹ ਦੇ ਸਮੇਂ ਤੋਂ ਚੱਲਿਆ ਆ ਰਿਹਾ ਗੁਰੂ ਸਵਾਰਿਆਂ। ਉਹ ਸਮਾਂ ਯਾਦ ਕਰੋ ਜਦੋਂ ਸਤਿਗੁਰੂ ਗੁਰੂ ਪਾਤਸ਼ਾਹ ਮਹਾਰਾਜ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਅੰਗਦ ਦੇ ਮਹਾਰਾਜ ਨੂੰ। ਇਤਿਹਾਸਕਾਰ ਇਹ ਲਿਖਦੇ ਨੇ ਤੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾ ਗੁਰੂ ਸਪੁੱਤ ਹੋਣ ਦਾ ਮਾਣ ਸੀ। ਬੇਸ਼ੱਕ ਗੱਦੀ ਜਿਹੜੀ ਹੈ ਸਤਿਗੁਰੂ ਨੂੰ ਪ੍ਰਾਪਤ ਹੋਈ ਸੀ, ਪਰ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਸੀ ਗੁਰੂ ਸਵਾਰਿਆ। ਉਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਉਹਨਾਂ ਦਾ ਮਤ ਵੱਖਰਾ ਸੀ, ਉਦਾਸੀ ਸੰਪਰਦਾ ਦੇ ਉਹ ਮੁਖੀ ਹੋਏ ਨੇ। ਤੇ ਜਦੋਂ ਗੁਰੂ ਅੰਗਦ ਦੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਗੁਰੂ ਅਮਰਦਾਸ ਪਾਤਸ਼ਾਹ ਭਾਈ ਦਾਤੂ ਤੇ ਭਾਈ ਦਾਤੂ ਜੀ ਨੇ ਝਗੜਾ ਕੀਤਾ, ਆਪ ਗੱਦੀ ਲਾ ਕੇ ਬੈਠਦਾ ਖਡੂਰ ਸਾਹਿਬ ਧਰਤੀ ਤੇ। ਫਿਰ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰਗੱਦੀ ਬਖਸ਼ਿਸ਼ ਹੋਈ ਹੈ ਤੇ ਮੋਹਰੀ ਪੁੱਤ ਸਨਮੁਖ ਹੋਆ ਰਾਮਦਾਸ ਹੈ ਪੈਰੀ ਪਾਏ। ਜਿਉ ਬਾਬਾ ਮੋਹਰੀ ਜੀ ਨੇ ਤਾਂ ਗੁਰਸਿੱਖੀ ਮੰਗ ਲਈ ਸੀ, ਪਰ ਬਾਬਾ ਮੋਹਨ ਜਿਹੜੇ ਬ੍ਰਗਤ ਸੁਭਾਅ ਵਾਲੇ ਸਨ ਉਹਨਾਂ ਨੇ ਮੱਥਾ ਨਹੀਂ ਟੇਕਿਆ ਸੀ। ਉਹ ਕਹਿੰਦੇ ਸਾਡੇ ਪਿਤਾ ਗੁਰੂ ਦੀ ਇਹ ਦਾਤ ਹੈ ਤੇ ਇਹ ਅਸੀਂ ਮਾਲਕ ਹਾਂ, ਇਹ ਬਾਹਰ ਸਾਡਾ ਸੇਵਕ ਗੁਰੂ ਘਰ ਦਾ ਜਿਹੜਾ ਸੇਵਕ ਸੀ, ਜਿਹਨੂੰ ਆਪਣੇ ਘਰ ਦਾ ਫਿਰ ਜਵਾਈ ਬਣਾਉਣਾ ਕੀਤਾ, ਉਹਨੂੰ ਬਖਸ਼ਿਸ਼ ਕੀਤੀ ਹੈ। ਤੇ ਕਲਾ ਉੱਥੋਂ ਸ਼ੁਰੂ ਹੋ ਗਈ ਸੀ ਗੁਰੂ ਸਵਾਰੇ। ਫਿਰ ਅੱਗੇ ਤਾਂ ਆਪ ਜੀ ਸਾਰੇ ਜਾਣਦੇ ਹੋ ਕਿਵੇਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇ ਮਹਾਰਾਜ ਉੱਤੇ। ਪ੍ਰਿਥੀ ਚੰਦ ਝਗੜਾ ਕੀਤਾ, ਪ੍ਰਿਥੀ ਚੰਦ ਤੋਂ ਬਾਅਦ ਉਹਦਾ ਪੁੱਤਰ ਮਿਹਰਬਾਨ ਝਗੜਾ ਕਾ ਗੱਦੀ ਲਾ ਕੇ ਬੈਠਦਾ ਰਿਹਾ, ਫਿਰ ਹਰਜੀ ਬੈਠਦਾ ਰਿਹਾ। ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਮਾਂ ਆਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਬਹੁਤ ਸਾਰੀਆਂ ਗੱਦੀਆਂ ਜਿਹੜੀਆਂ ਬਾਬੇ ਬਕਾਲੇ ਦੀ ਧਰਤੀ ਲੱਗ ਗਈਆਂ ਸਨ, ਜਿਨ੍ਹਾਂ ਵਿੱਚ ਮੁੱਖ ਗੱਦੀ ਸੀ ਧੀਰ ਮੱਲ ਦੀ, ਹਰਜੀ ਦੀ। ਤੇ ਕਹਿਣ ਦਾ ਭਾਵ ਹੈ ਡੰਬੀ ਜਿਹੜੇ ਪਖੰਡੀ ਗੁਰੂ ਨੇ ਉਦੋਂ ਵੀ ਸੀ ਤੇ ਅੱਜ ਵੀ ਨੇ। ਅੱਜ ਵੀ ਬਹੁਤ ਸਾਰੇ ਇਹੋ ਜਿਹੇ ਸ਼ਰਾਰਤੀ ਅਨਸਰ ਨੇ ਜਿਹੜੇ ਆਪਣੀ ਮੱਤ ਨੂੰ ਥੋਪਣ ਦੇ ਲਈ ਗੁਰੂ ਦੀ ਮੱਤ ਦਾ ਖੰਡਨ ਕਰ ਰਹੇ ਨੇ।
ਪਰ ਉਹਨਾਂ ਦੇ ਕਹਿਣ ਨਾਲ ਗੁਰੂ ਦੀ ਮੱਤ ਖੰਡਨ ਨਹੀਂ ਹੋ ਸਕਦੀ ਹੈ। ਗੁਰੂ ਜਿਹੜਾ ਸਾਡਾ ਸਮਰੱਥ ਹੈ, ਗੁਰੂ ਸਾਨੂੰ ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਦੇਣ ਵਾਲਾ ਹੈ, ਅਤੇ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਸਾਡੇ ਅੰਦਰ ਗਿਆਨ ਪ੍ਰਾਪਤ ਹੁੰਦਾ ਹੈ। ਅਤੇ ਸਾਡੇ ਚੰਗੇ ਭਾਗ ਨੇ, ਅਸੀਂ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਵੱਡਾ ਕੋਈ ਗੁਰੂ ਨਹੀਂ ਹੈ। ਰਹਿੰਦੀ ਦੁਨੀਆ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਸਾਰ ਦੇ ਵਿੱਚ ਨੇ, ਰਹਿੰਦੀ ਦੁਨੀਆ ਤੱਕ। ਇਸ ਕਰਕੇ ਸ਼ਬਦ ਗੁਰੂ ਦੇ ਆਪਾਂ ਲੜ ਲੱਗੀਏ, ਫਿਰ ਸਾਡਾ ਭਲਾ ਹੋਣਾ ਹੈ। ਸੋ ਸਤਿਗੁਰੂ ਕਹਿੰਦੇ ਨੇ, ਜਦੋਂ ਕਹਿੰਦੇ ਸਤਿਗੁਰੂ ਮਿਲੈ, ਕਹਿੰਦੇ ਇਸ ਤਰ੍ਹਾਂ ਜਦੋਂ ਉਹ ਨਦਰ ਵਾਹਿਗੁਰੂ ਮਿਹਰ ਕਰਦਾ ਨਾ, ਫਿਰ ਪੂਰਾ ਗੁਰ ਭੇਟੈ, ਪੂਰੇ ਗੁਰੂ ਮਿਲਦੇ ਹਨ। ਜਮ ਜੰਦਾਰ ਨਾ ਮਾਰੈ ਫੇਟੈ, ਜਿਹੜਾ ਜਿੰਦ ਦਾ ਵੈਰੀ ਹੈ, ਜਮ ਜੰਜਮ, ਕਹਿੰਦੇ ਫਿਰ ਉਹ ਫੇਟ ਨਹੀਂ ਮਾਰਦਾ, ਉਹ ਚੋਟ ਨਹੀਂ ਮਾਰਦਾ ਜਮ ਜਿਹੜਾ ਹੈ। ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ, ਉਹਨਾਂ ਦੀ ਬਾਂਹ ਸਤਿਗੁਰੂ ਜੀ ਉਸ ਮਾਲਕ ਦੀ ਦਰਗਾਹ ਵਿਖੇ ਪਕੜ ਲੈਂਦੇ ਨੇ। ਪਰਮਾਤਮਾ ਦੇ ਅੱਗੇ ਕਹਿ ਦਿੰਦੇ ਨੇ ਕਿ ਨਹੀਂ, ਇਹ ਮੇਰਾ ਸਿੱਖ ਹੈ, ਇਹਨੇ ਸਿੱਖੀ ਧਾਰਨ ਕੀਤੀ ਹੈ, ਇਹਨੇ ਸੰਸਾਰ ਵਿੱਚ ਆ ਕੇ ਇੰਨਾ ਸਮਾਂ ਨਾਮ ਜਪਿਆ, ਚੰਗੇ ਕਰਮ ਕੀਤੇ, ਲੋਕ ਭਲਾਈ ਦੇ ਕੰਮ ਕੀਤੇ ਨੇ, ਅਤੇ ਜਮ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਹਨ। ਜਿਉਂ ਜਲ ਅੰਤਰ ਕਮਲ ਬਿਗਾਸੀ, ਆਪੇ ਬਿਗਸਤ ਧਿਆਏ ਦਾ। ਸਤਿਗੁਰੂ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ। ਪੁੱਛਿਆ ਸਤਿਗੁਰੂ ਨੂੰ, ਸਵਾਲ ਕੀਤਾ ਕਿ ਪਾਤਸ਼ਾਹ ਆਪ ਜੀ ਇਹ ਕਹਿੰਦੇ ਹਨ ਕਿ ਪਰਮੇਸ਼ਰ ਜਿਹੜਾ ਹੈ ਉਹ ਹਰ ਇੱਕ ਜੀਵ ਦੇ ਅੰਦਰ ਬੈਠਾ ਹੋਇਆ। ਸਰੀਰ ਘਰ ਬਣਾ ਕੇ ਇਸ ਸਰੀਰ ਘਰ ਦੇ ਵਿੱਚ ਪਰਮਾਤਮਾ ਨੇ ਆਪਣਾ ਥੂੰ ਟਿਕਾਣਾ ਕਰ ਲਿਆ। ਸਤਿਗੁਰੂ ਫਿਰ ਸਰੀਰ ਵਿੱਚ ਰਹਿੰਦਾ ਹੋਇਆ ਸਰੀਰ ਤੋਂ ਨਿਰਲੇਪ ਕਿਵੇਂ ਆਓ? ਅਤੇ ਗੁਰੂ ਪਾਤਸ਼ਾਹ ਕਹਿੰਦੇ ਜਿਉਂ ਜਲ ਅੰਤਰ ਕਮਲ ਬਿਗਾਸੀ, ਜਿਵੇਂ ਕਮਲ ਫੁੱਲ ਗੁਰੂ ਸਵਾਰਿਓ ਪਾਣੀ ਵਿੱਚ ਖਿੜਦਾ, ਪਾਣੀ 'ਚ ਰਹਿੰਦਾ ਹੋਇਆ ਪਾਣੀ ਤੋਂ ਨਿਰਲੇਪ ਹੁੰਦਾ ਨਾ, ਪਰ ਉਹ ਖਿੜਿਆ ਹੋਇਆ ਜਦੋਂ ਜਿਹਨੂੰ ਦੇਖਦੇ ਉਹਦੇ ਫੁੱਲ ਖਿੜੇ, ਪੰਖੜੀਆਂ ਖਿੜੀਆਂ ਹੁੰਦੀਆਂ ਨੇ, ਜਦੋਂ ਆਉਂਦੇ ਜਾਂਦੇ ਰਾਹੀਗਰ ਦੇਖਦੇ ਨੇ ਅਤੇ ਖਿੜੇ ਹੋਏ ਫੁੱਲ ਵੱਲ ਦੇ, ਉਹਨਾਂ ਦਾ ਚਿਹਰਾ ਵੀ ਖਿੜਿਆ, ਬੜਾ ਸੋਹਣਾ ਫੁੱਲ ਹੈ। ਅਤੇ ਸਤਿਗੁਰੂ ਉਦਾਹਰਣ ਦੇ ਰਹੇ ਨੇ, ਕਹਿੰਦੇ ਜਿਸ ਤਰ੍ਹਾਂ ਕਹਿੰਦੇ ਉਹ ਕਮਲ ਦਾ ਫੁੱਲ ਖਿੜਿਆ ਵਿਕਸਦਾ ਹੈ, ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਜਿਹੜਾ ਹਰ ਇੱਕ ਜੀਵ ਦੇ ਅੰਦਰ ਬੈਠਾ ਹੋਇਆ, ਜੀਵ ਦੇ ਕੀਤੇ ਹੋਏ ਕਰਮਾਂ ਨੂੰ ਦੇਖ ਕੇ, ਜੋ ਜੀਵ ਕਰ ਰਿਹਾ ਹੈ, ਜੀਵ ਵੱਲ ਦੇਖ ਦੇਖ ਕੇ ਪਰਮਾਤਮਾ ਵਿਕਸਦਾ ਖੁਸ਼ ਹੋ ਰਿਹਾ ਹੈ, ਹੱਸ ਰਿਹਾ ਹੈ ਕਿ ਦੇਖੋ ਮੈਂ ਇਹਨੂੰ ਕਿਹੜੇ ਕੰਮ ਲਈ ਭੇਜਿਆ ਸੀ ਸੰਸਾਰ ਵਿੱਚ, ਅਤੇ ਇਹ ਕੀ ਕਰ ਰਿਹਾ ਹੈ। ਇਸ ਤਰ੍ਹਾਂ ਪਰਮਾਤਮਾ ਵਿਕਸਦਾ ਹੈ। ਆਪੇ ਵਰਖੈ ਅੰਮ੍ਰਿਤ ਧਾਰਾ, ਰਤਨ ਜਬੇਹਰ ਲਾਲ ਅਪਾਰਾ। ਅੰਮ੍ਰਿਤ ਧਾਰਾ, ਵਰਖਾ, ਅੰਮ੍ਰਿਤ ਦੀ ਵਰਖਾ। ਸਤਿਗੁਰੂ ਕਹਿੰਦੇ ਜਿਹਦੇ ਉੱਤੇ ਉਹ ਮਾਲਕ ਵਾਹਿਗੁਰੂ ਤੁਰਠ ਜਾਂਦਾ, ਕਿਰਪਾ ਦੇ ਘਰ ਵਿੱਚ ਆਉਂਦਾ ਏ, ਫਿਰ ਕਹਿੰਦੇ ਉਹ ਉਸ ਜੀਵ ਦੇ ਉੱਤੇ ਵਰਖਾ ਕਰਦਾ, ਨਾਮ ਦੀ ਵਰਖਾ, ਨਾਮ ਅੰਮ੍ਰਿਤ ਦੀ ਧਾਰਾ ਜਿਹੜੀ ਹੈ ਉਹਦੀ ਵਰਖਾ ਕਰਦਾ। ਤਪਦਿਆਂ ਹਿਰਦਿਆਂ ਨੂੰ ਫਿਰ ਉਹ ਠੰਡਾ ਕਰ ਦਿੰਦਾ ਹੈ। ਜੋ ਜੀਵ ਰੂਪੀ ਬਵੀਹਾ ਅੰਮ੍ਰਿਤ ਵੇਲੇ ਉੱਠਦਾ, ਅੰਮ੍ਰਿਤ ਵੇਲੇ ਉੱਠ ਕੇ ਉਸ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ, ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਬਵੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੈ ਨੂੰ ਫੁਰਮਾਨ ਹੋਆ, ਬਰਸ ਹੋ ਕਿਰਪਾ ਧਾਰ। ਜੀਵ ਰੂਪੀ ਬਬੀਹਾ ਅੰਮ੍ਰਿਤ ਵੇਲੇ ਉੱਠਦਾ, ਉੱਠ ਕੇ ਆਖਦਾ ਵਾਹਿਗੁਰੂ ਵਾਹਿਗੁਰੂ, ਉੱਠ ਕੇ ਆਖਦਾ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ। ਇਸ ਤਰ੍ਹਾਂ ਜਦੋਂ ਅੰਮ੍ਰਿਤ ਵੇਲੇ ਸੰਭਾਲ ਕਰਦਾ, ਉਸ ਮਾਲਕ ਦੀ ਯਾਦ ਵਿੱਚ ਜੁੜਦਾ ਨਾ, ਅਤੇ ਮਾਲਕ ਫਿਰ ਮੇਘਾਂ ਨੂੰ ਫੁਰਮਾ। ਮੇਘ ਕੌਣ ਨੇ? ਮੇਘ ਦਾ ਅਰਥ ਹੈ ਬੱਦਲ। ਬੱਦਲ ਕੌਣ ਨੇ ਇੱਥੇ? ਗੁਰੂ ਪਾਤਸ਼ਾਹ। ਪਰਮਾਤਮਾ ਕਹਿੰਦੇ ਗੁਰੂ ਰੂਪੀ ਬੱਦਲਾਂ ਨੂੰ ਹੁਕਮ ਕਰ ਦਿੰਦਾ ਕਿ ਭਾਈ ਉਹ ਪਿਆਰਾ ਮੈਨੂੰ ਯਾਦ ਕਰ ਰਿਹਾ, ਉਹਦੇ ਅੰਦਰ ਜਗਿਆਸਾ ਪੈਦਾ ਹੋਈ ਹੈ ਮਿਲਣ ਦੀ,
ਤੁਸੀਂ ਨਾਮ ਅੰਮ੍ਰਿਤ ਦੀ ਵਰਖਾ ਕਰ ਦਿਓ, ਜਾ ਕੇ ਉਹਨੂੰ ਉਪਦੇਸ਼ ਦੇਵੋ, ਉਪਦੇਸ਼ ਦੀ ਵਰਖਾ ਕਰੋ, ਤਾਂ ਕਿ ਉਹਦਾ ਹਿਰਦਾ ਜਿਹੜਾ ਹੈ ਉਹ ਨਾਮ ਜਾਨਾ ਨੱਕਾ ਨੱਕ ਭਰ ਜਾਵੇ। ਤੇ ਗੁਰੂ ਫਿਰ ਟੁੱਟ ਕੇ ਮਿਹਰ ਕਰਦਾ, ਕਿਰਪਾ ਕਰਦਾ, ਤੇ ਉਸ ਜੀਵ ਦੇ ਸਤਿਗੁਰੂ ਆਪਣੇ ਸਿੱਖ ਨੂੰ ਫਿਰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਸੋ ਸਤਿਗੁਰੂ ਇੱਥੇ ਇਹ ਬਖਸ਼ਿਸ਼ ਕਰਦੇ ਹਨ, ਕਹਿੰਦੇ ਆਪ ਹੀ ਪਰਮਾਤਮਾ ਵਰਖਾ ਕਰਦਾ ਹੈ ਨਾਮ ਅੰਮ੍ਰਿਤ ਦੀ ਧਾਰਾ ਦੀ, ਤੇ ਰਤਨ ਜਵੇਹਰ ਲਾਲ ਅਪਾਰਾ। ਫਿਰ ਉਹ ਦੁਨਿਆਵੀ ਰਤਨਾਂ ਲਈ, ਦੁਨਿਆਵੀ ਜਵੇਹਰਾਂ ਲਈ, ਇਹਨਾਂ ਲਾਲਾਂ ਲਈ ਇਤਿਆਦਿ ਜੇ ਖਜ਼ਾਨਿਆਂ ਦੇ ਨਾਮ ਨੇ, ਇਹਦੇ ਮਗਰ ਨਹੀਂ ਦੌੜਦਾ। ਜਿਹਦੇ ਅੰਦਰ ਨਾਮ ਵਸ ਜਾਂਦਾ ਪਰਮਾਤਮਾ, ਜਿਹਦੇ ਅੰਦਰ ਨਾਮ ਦੀ ਵਰਖਾ ਹੋ ਜਾਂਦੀ ਹੈ। ਤੇ ਪਾਤਸ਼ਾਹ ਕਹਿੰਦੇ ਉਸ ਜੀਵ ਲਈ ਫਿਰ ਪਰਮਾਤਮਾ ਦਾ ਨਾਮ ਜਿਹੜਾ ਨਾ ਉਹੀ ਰਤਨ ਹੈ, ਪਰਮਾਤਮਾ ਦਾ ਨਾਮ ਹੀ ਜਵੇਹਰ ਹੈ, ਪਰਮਾਤਮਾ ਦਾ ਨਾਮ ਹੀ ਲਾਲ ਹੈ, ਜੋ ਅਪਾਰਾ ਪਾਰਾਵਾਰ ਤੋਂ ਰਹਿਤ ਹੈ। ਸਤਿਗੁਰ ਮਿਲੈ ਤਾਂ ਪੂਰਾ ਪਾਈਐ, ਪ੍ਰੇਮ ਪਦਾਰਥ ਪਾਏਂਦਾ। ਪਰ ਪਾਤਸ਼ਾਹ ਨਾਲ ਗੱਲ ਮੁਕਾਉਂਦੇ ਕਹਿੰਦੇ ਜੇ ਪੂਰਨ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਨਾ, ਕਹਿੰਦੇ ਸਤਿਗੁਰ ਨੂੰ ਮਿਲਣਾ ਜ਼ਰੂਰੀ ਪਵੇਗਾ, ਸਤਿਗੁਰ ਨਾਲ ਮਿਲਾਪ ਕਰਨਾ ਪਵੇ, ਗੁਰੂ ਵਾਲੇ ਬਣਨਾ ਪਵੇਗਾ। ਕਹਿੰਦੇ ਸਤਿਗੁਰ ਨੂੰ ਮਿਲ ਕੇ ਹੀ ਫਿਰ ਪੂਰਨ ਪ੍ਰਭੂ ਨੂੰ, ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਤੇ ਉਸੇ ਪ੍ਰਭੂ ਦੇ ਰਾਹੀਂ ਹੀ, ਗੁਰੂ ਦੇ ਰਾਹੀਂ ਪ੍ਰੇਮ ਪਦਾਰਥ ਪਾਏਂਦਾ। ਪ੍ਰੇਮ ਪਦਾਰਥ ਕੀ ਹੈ? ਪਰਮਾਤਮਾ ਦਾ ਨਾਮ। ਕਹਿੰਦੇ ਇਹ ਨਾਮ ਜਿਹੜਾ ਹੈ ਪ੍ਰੇਮ ਰੂਪੀ ਪਦਾਰਥ, ਇਹ ਕਹਿੰਦੇ ਫਿਰ ਪ੍ਰਾਪਤ ਕੀਤਾ ਜਾ ਸਕਦਾ ਹੈ। ਪ੍ਰੇਮ ਪਦਾਰਥ ਲਹਿ ਅਮੋਲੋ, ਕਬਹੀ ਨਾ ਘਾਟਸ ਪੂਰਾ ਤੁਲ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਪ੍ਰੇਮ ਰੂਪੀ ਜਿਹੜਾ ਪਦਾਰਥ ਹੈ ਨਾ, ਜਿਹੜੇ ਲੈ ਲੈਂਦੇ ਨੇ ਉਹ ਕਹਿੰਦੇ ਉਹਦਾ ਫਿਰ ਮੁੱਲ ਨਹੀਂ ਪੈਂਦਾ, ਅਮੁੱਲ ਹੁੰਦਾ ਹੈ। ਅਮੁੱਲ ਉਹਦਾ ਜਿਹਦਾ ਕੋਈ ਮੁੱਲ ਨਾ ਹੋਵੇ। ਕਬਹੀ ਨਾ ਘਾਟਸ, ਉਹ ਕਦੇ ਘਟਦਾ ਨਹੀਂ ਹੈ, ਜਦੋਂ ਤੋਲਾਂਗੇ ਪੂਰਾ ਹੀ ਹੋਵੇਗਾ। ਨਾ ਘਾਟ ਹੈ ਨਾ ਬਾਧ ਹੈ, ਨਾ ਘਾਟ ਬਾਧ ਹੋਤ ਹੈ। ਦੁਨਿਆਵੀ ਕੋਈ ਖਜ਼ਾਨਾ ਹੋਵੇ, ਹੀਰੇ ਜਵਾਹਰਾਤ ਹੋਣ, ਪੰਨੇ ਹੋਣ, ਤੇ ਉਹਦਾ ਮੁੱਲ ਪਾਇਆ ਜਾ ਸਕਦਾ ਹੈ। ਤੇ ਅੱਜ ਮੁੱਲ ਕੁਝ ਹੋਰ ਹੋਵੇਗਾ ਤੇ ਕੱਲ੍ਹ ਨੂੰ ਕੁਝ ਹੋਰ ਹੋਵੇਗਾ। ਜਿਵੇਂ ਸੋਨਾ ਦੀ ਆਪਾਂ ਗੱਲ ਕਰੀਏ, ਸੋਨਾ ਕਦੇ ਵੱਧ ਜਾਂਦਾ, ਕਦੇ ਘਟ ਜਾਂਦਾ ਉਹ ਰੇਟ, ਭਾਵੇਂ ਇੱਕ ਮੁੱਲ ਨਹੀਂ ਰਹਿੰਦਾ, ਉਹਦਾ ਮੁੱਲ ਵੀ ਪੈ ਜਾਂਦਾ ਤੇ ਮੁੱਲ ਇੱਕ ਵੀ ਨਹੀਂ ਰਹਿੰਦਾ ਹੈ। ਤੇ ਪਰਮਾਤਮਾ ਦਾ ਨਾਮ ਐਸਾ ਹੈ, ਗੁਰੂ ਦਾ ਨਾਮ ਐਸਾ ਹੈ, ਜਿਹਦਾ ਕੋਈ ਮੁੱਲ ਹੀ ਨਹੀਂ। ਗੁਰੂ ਸਵਾਰਿਓ, ਕੋਈ ਤੋਲ ਕੇ ਨਹੀਂ ਦੱਸ ਸਕਦਾ, ਕੋਈ ਦੱਸ ਨਹੀਂ ਸਕਦਾ ਕਿਸ ਤਰ੍ਹਾਂ। ਇਹ ਉਹ ਪਰਮਾਤਮਾ ਦਾ ਨਾਮ ਅਮੁੱਲਕ ਹੈ। ਇਸ ਕਰਕੇ ਕਹਿੰਦੇ ਉਹ ਪੂਰਾ ਤੋਲੋ, ਕभी ਨਾ ਘਾਟਸ, ਕਦੇ ਘਟਦਾ ਨਹੀਂ ਹੈ ਪਰਮਾਤਮਾ ਦਾ ਨਾਮ। ਕਹਿੰਦੇ ਪੂਰਾ ਹੀ ਉਹ ਤੋਲਦਾ ਹੈ। ਸੱਚੇ ਕਾ ਵਪਾਰੀ ਹੋਵੈ, ਸੱਚੋ ਸੌਦਾ ਪਾਏਂਦਾ। ਤੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ, ਇਹ ਸੱਚ ਦਾ ਸੌਦਾ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ? ਜਿਸ ਸੱਚ ਦੇ ਸੌਦੇ ਨੂੰ ਆਪ ਜੀ ਕਹਿੰਦੇ ਹੋ, ਜਿਹਦਾ ਕੋਈ ਮੁੱਲ ਨਹੀਂ ਹੈ, ਤੇ ਇਹਨੂੰ ਪ੍ਰਾਪਤ ਕਰਨ ਦਾ ਤਰੀਕਾ ਕੀ ਹੈ? ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਸੱਚ ਦਾ ਵਪਾਰੀ ਬਣ, ਪਹਿਲਾਂ ਸੱਚ ਦਾ ਪਾਂਧੀ ਬਣ। ਸੱਚ ਦਾ ਪਾਂਧੀ ਬਣੇਗਾ ਕਹਿੰਦੇ ਫਿਰ ਹੀ ਕਹਿੰਦੇ ਸੱਚਾ ਸੌਦਾ ਪਾਏਂਦਾ, ਫਿਰ ਸੱਚੇ ਸੌਦੇ ਨੂੰ ਪ੍ਰਾਪਤ ਕਰੇਗਾ। ਜਿਵੇਂ ਪਾਤਸ਼ਾਹ ਕਹਿੰਦੇ ਨੇ ਕਿ ਬਣਜ ਕਰੋ ਬਣਜਾਰਿਓ, ਵਖਰ ਲਿਹੋ ਸੰਭਾਲ, ਤੈਸੀ ਵਸਤ ਵਿਸਾਹੀਐ ਜੈਸੀ ਨਿਭੈ ਨਾਲ। ਉਹ ਵਸਤੂ ਇਕੱਤਰ ਕਰ ਜਿਹੜੀ ਵਸਤੂ ਤੇਰੇ ਨਾਲ ਨਿਭਣ ਵਾਲੀ ਹੈ। ਕਿਹੜੀ ਵਸਤੂ? ਦੁਨੀਆ ਦੇ ਲੋਕਾਂ ਨੇ ਕਿਹੜੀਆਂ ਵਸਤੂਆਂ ਇਕੱਤਰ ਕੀਤੀਆਂ, ਤੇ ਰੱਬ ਦੇ ਪਿਆਰੇ ਕਿਹੜੀ ਵਸਤੂ ਇਕੱਤਰ ਕਰਦੇ ਨੇ? ਪੁੱਛੋ ਭਗਤ ਕਬੀਰ ਸਾਹਿਬਾਨ ਜੀ ਨੂੰ। ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਰੱਬ ਦੇ ਪਿਆਰੇ ਸੰਤ ਜਨਾਂ ਨੇ ਗੋਬਿੰਦ ਦੇ, ਪਰਮੇਸ਼ਰ ਦੇ ਨਾਮ ਦਾ ਵਣਜ ਕੀਤਾ, ਵਪਾਰ ਕੀਤਾ। ਤੇ ਸਤਿਗੁਰੂ ਕਹਿੰਦੇ ਇਹ ਵਪਾਰ ਸੱਚ ਦਾ ਵਪਾਰ ਕਾ, ਸੱਚੇ ਕਾ ਵਪਾਰੀ ਹੋਵੇ। ਜਿਹੜਾ ਸਾਜੇ ਤੂੰ ਜਾਂਦਾ ਨਾ ਵੀ ਸੱਚੇ ਦਾ ਮੈਂ ਵਪਾਰੀ ਬਣਨਾ, ਕਹਿੰਦੇ ਸੱਚੋ ਸੌਦਾ ਪਾਏਂਦਾ,
ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਤੇ ਸੱਚ ਰੂਪੀ ਸੌਦਾ ਪਾਣਾ ਕਰ। सच का उपासक बन, सच उत्ते पहरा देना कर। फिर कहते तू सच का व्यापारी कहलावेगा, फिर तू उस मालक वाहिगुरू के दर ते प्रवान होवेगा। ये गुरु सवारे सतगुरु जी ने साडे उत्ते बख्शिश की है। दास तो बोलदियां तो एक नहीं अनेकां गलतियां हो